ਤਾਂ ਲਖੀਮਪੁਰ ਕਾਂਡ ਖਿਲਾਫ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ। ਮੁੱਖ ਮੰਤਰੀ ਚਰਨਜੀਤ ਚੰਨੀ ਵੀ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ। ਤਾਂ ਚੰਡੀਗੜ੍ਹ ਦੇ ਵਿੱਚ ਅੱਜ ਯੂਥ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲਖੀਮਪੁਰ ਕਾਂਡ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ, ਜਿਸ ਦੇ ਵਿੱਚ ਹੁਣ ਮੁੱਖ ਮੰਤਰੀ ਚਰਨਜੀਤ ਚੰਨੀ ਜਿਹੜੇ ਨੇ ਪ੍ਰਦਰਸ਼ਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਨੇ। ਤਾਂ ਚੰਡੀਗੜ੍ਹ ਸਥਿਤ ਸੈਕਟਰ 16 ਦੇ ਵਿੱਚ ਕਾਂਗਰਸ पंजाब यूथ कांग्रेस की गल की जाए, यूथ कांग्रेस की गल की जाए तो उसके वालों अज प्रदर्शन किया जा रहा, जिथे कि हुण चरणजीत चन्नी भी शिरकत करन पहुंचे ने। उन्होंने नाल कई विधायक ते मंत्री भी मौजूद ने। तो साडे सहयोगी भी ग्राउंड जीरो तो पर मनोज राठी मौजूद ने। मनोज, तो देश व्यापी जिथे प्रदर्शन हो रहा, तो चंडीगढ़ के भी अज लखीमपुर कांड नूं लैके अज प्रदर्शन किया जा रहा कांग्रेस के वालों। तो मुख मंत्री चन्नी पहुंचे ने, की कुछ होर अपडेट है? ओवर टू यू। बिल्कुल बिल्कुल जे आप गल करिए, ये मुख मंत्री पंजाब जिहड़े हैं वो इत्थे पहुंचे ने। गांधी भवन चंडीगढ़ सेक्टर 16 इत्थे पहुंच के इत्थे जिहड़े हैगे वो जिहड़े भी कांग्रेस के सपोर्टर्स ने वो उन्हां नूं मिलणगे। तस्वीरां तुसीं वेख रहे हो कि लगातार तस्वीरां तुहाडे टीवी स्क्रीन ते कि मुख मंत्री पंजाब इत्थे पहुंच के बात करन दी भी इत्थे बैठ चुके ने। पुनर जे तुसीं आवाज़ सुन रहे होए ਤਾਂ ਤਸਵੀਰਾਂ ਤੁਹਾਨੂੰ ਗਾਂਧੀ ਭਵਨ ਸੈਕਟਰ 16 ਦੀਆਂ ਦਿਖਾ ਰਹੇ ਹਾਂ, ਜਿੱਥੇ ਕਿ ਸ਼ਾਂਤਮਈ ਢੰਗ ਦੇ ਨਾਲ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਹੁਣ ਉੱਥੇ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵੀ ਪਹੁੰਚੇ ਨੇ ਔਰ ਉਹ ਵੀ ਧਰਨੇ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਤੁਹਾਨੂੰ ਦੱਸ ਦਈਏ ਕਿ ਲਖੀਮਪੁਰ ਕਾਂਡ ਦੇ ਵਿੱਚ ਜਿਹੜੇ ਕਿਸਾਨਾਂ ਦੀ ਜਾਨ ਗਈ ਸੀ, ਤਾਂ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਹੈ ਇਹ ਅੱਜ ਪ੍ਰਦਰਸ਼ਨ ਹੋ ਰਿਹਾ। ਤਾਂ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਤੋਂ ਮਨੋਜ ਰਾਠੀ ਬਣੇ ਹੋਏ ਨੇ। ਮਨੋਜ, ਓਵਰ ਟੂ ਯੂ। ਤਾਂ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਸਥਿਤ 16 ਸੈਕਟਰ ਦੇ ਵਿੱਚ ਗਾਂਧੀ ਭਵਨ ਦੀਆਂ ਦਿਖਾ ਰਹੇ ਹਾਂ, ਜਿੱਥੇ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਂਗਰਸ ਦੇ ਵੱਲੋਂ। ਤਾਂ ਉੱਥੇ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ, ਉਹਨਾਂ ਦੇ ਨਾਲ ਕਈ ਕੈਬਨਿਟ ਮੰਤਰੀ, ਕਈ ਵਿਧਾਇਕ ਪਹੁੰਚੇ ਨੇ। ਤਾਂ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤਾਂ ਉਹ ਵੀ ਉਹਨਾਂ ਦੇ ਨਾਲ ਹੀ ਉੱਥੇ ਧਰਨੇ ਦੇ ਵਿੱਚ ਬੈਠ ਗਏ ਨੇ। ਲਖੀਮਪੁਰ ਕਾਂਡ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਹੋ ਰਿਹਾ, ਤਾਂ ਉਸ ਜਿਸ ਤਰੀਕੇ ਦੇ ਨਾਲ ਉੱਥੇ ਘਟਨਾ ਵਾਪਰੀ ਆ ਉਸ ਦੇ ਵਿਰੋਧ ਦੇ ਵਿੱਚ ਅੱਜ ਗਾਂਧੀ ਭਵਨ ਸੈਕਟਰ 16 ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਚੰਡੀਗੜ੍ਹ ਯੂਥ ਕਾਂਗਰਸ ਦੇ ਵੱਲੋਂ, ਜਿਸ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਪਹੁੰਚੇ ਨੇ। ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਦੇ ਕਈ ਵਰਕਰ, ਕਈ ਵਿਧਾਇਕ ਤੇ ਕਈ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਨੇ। ਤੇ ਇਸ ਵੇਲੇ ਉਹ ਵੀ ਇਸ ਧਰਨੇ ਦੇ ਵਿੱਚ ਉਹਨਾਂ ਦੇ ਨਾਲ ਸ਼ਮੂਲੀਅਤ ਕਰਨ ਪਹੁੰਚੇ ਨੇ। ਉੱਥੇ ਉਹਨਾਂ ਦੇ ਵੱਲੋਂ ਵੀ ਪੁਰਜ਼ੋਰ ਨਿੰਦਿਆ ਕੀਤੀ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਪੂਰਾ ਲਖੀਮਪੁਰ ਕਾਂਡ ਹੋਇਆ, ਜਿਵੇਂ ਉੱਥੇ ਲੋਕਾਂ ਦੀ ਜਾਨ ਗਈ, ਤਾਂ ਉਸ ਦੀ ਨਿੰਦਿਆ ਕੀਤੀ ਜਾ ਰਹੀ। ਤਾਂ ਲੱਗ ਰਿਹਾ ਕਿ ਜਲਦ ਹੀ ਸ਼ਾਇਦ ਮੀਡੀਆ ਦੇ ਵੀ ਮੁਖਾਤਿਬ ਹੋਣਗੇ ਇੱਥੇ ਸੀਐਮ ਚਰਨਜੀਤ ਚੰਨੀ। ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਗਾਂਧੀ ਭਵਨ ਦੀ, ਜਿੱਥੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ ਸੀਐਮ ਪੰਜਾਬ ਤੇ ਉਹਨਾਂ ਦੇ ਨਾਲ ਉਹਨਾਂ ਦੇ ਕੈਬਨਿਟ ਮੰਤਰੀ ਤੇ ਕਈ ਵਿਧਾਇਕ ਵੀ ਮੌਜੂਦ ਨੇ। ਤਾਂ ਉਹ ਵੀ ਇਸ ਰੋਸ ਮੁਜ਼ਾਹਰੇ ਦੇ ਵਿੱਚ, ਇਸ ਧਰਨੇ ਦੇ ਵਿੱਚ ਜਿਹੜਾ ਕਿ ਲਖੀਮਪੁਰ ਕਾਂਡ ਦੇ ਖਿਲਾਫ ਅੱਜ ਕੀਤਾ ਜਾ ਰਿਹਾ ਚੰਡੀਗੜ੍ਹ ਯੂਥ ਕਾਂਗਰਸ ਦੇ ਵੱਲੋਂ, ਉਸ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ, ਉਸ ਦੇ ਵਿੱਚ ਸ਼ਿਰਕਤ ਕਰਨ ਦੇ ਲਈ, ਉਸ ਦਾ ਹਿੱਸਾ ਬਣਨ ਦੇ ਲਈ ਪਹੁੰਚੇ ਨੇ ਸੈਕਟਰ 16 ਸਥਿਤ ਗਾਂਧੀ ਭਵਨ ਦੇ ਵਿੱਚ। ਪਹਿਲਾਂ ਉਹਨਾਂ ਦੇ ਵੱਲੋਂ ਉੱਥੇ ਪਹੁੰਚ ਕੇ ਹਾਜ਼ਰੀ ਲਵਾਈ ਗਈ, ਜਿਸ ਤੋਂ ਬਾਅਦ ਉਹ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚੇ ਨੇ ਔਰ ਉਹ ਧਰਨੇ ਦੇ ਵਿੱਚ ਬੈਠ ਚੁੱਕੇ ਨੇ। ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ, ਸਿੱਧੇ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਕਿ ਉਹਨਾਂ ਦੇ ਨਾਲ ਕਈ ਵਿਧਾਇਕ, ਫਾਈਨਾਂਸ ਮਿਨਿਸਟਰ ਨਜ਼ਰ ਆ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨਾਲ, ਮਦਨ ਲਾਲ ਜਲਾਲਪੁਰ, ਗੁਰਪ੍ਰੀਤ ਕਾਂਗੜ, ਪਿੱਛੇ ਗੱਲ ਕੀਤੀ ਹੈ ਪਰਮਿੰਦਰ ਪਿੰਕੀ, ਤਾਂ ਬਿਕਰਮਜੀਤ ਸਿੰਘ ਪਾੜਾ, ਅਮਰੀਕ ਸਿੰਘ ਢਿੱਲੋਂ, ਤਾਂ ਹੋਰ ਵੀ ਕਈ ਲੀਡਰ ਤੇ ਕੁਲਦੀਪ ਵੈਦ ਵੀ ਪਿੱਛੇ ਨਜ਼ਰ ਆ ਰਹੇ ਨੇ। ਤਾਂ ਕਈ ਵਿਧਾਇਕ ਤੇ ਮੰਤਰੀ ਜਿਹੜੇ ਨੇ ਉਹ ਸੀਐਮ ਦੇ ਨਾਲ ਇਸ ਪ੍ਰਦਰਸ਼ਨ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਨੇ। ਤਾਂ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਬਣੇ ਹੋਣ, ਜੇਕਰ ਉਹਨਾਂ ਰਾਬਤਾ ਕਾਇਮ ਹੋ ਸਕੇ, ਸਾਡਾ ਮਨੋਜ ਰਾਠੀ ਜਿਹੜੇ ਕਿ ਗਰਾਊਂਡ ਜ਼ੀਰੋ ਦੇ ਉੱਪਰ ਮੌਜੂਦ ਨੇ। ਮਨੋਜ, ਤਾਂ ਕੀ ਤੁਹਾਨੂੰ ਮੇਰੀ ਆਵਾਜ਼ ਪਹੁੰਚ ਰਹੀ ਹੈ? बिल्कुल बुलर जी आप गल ਸਾਡੇ ਸਹਿਯੋਗੀ ਮਨੋਜ ਰਾਠੀ ਲਗਾਤਾਰ ਬਣੇ ਹੋਏ ਨੇ। ਬਿਲਕੁਲ ਬਿਲकुल ਮਨੋਜ, ਓਵਰ ਟੂ ਯੂ। ਹਾਂਜੀ ਭਾਜੀ ਕੱਟ ਮਾਰੋ। बिल्कुल पुलर चंडीगढ़ के सैक्टर 16 गांधी भवन इत्थे पहुंचे ने मनप्रीत बादल, उन्होंने नाल ने सीएम पंजाब चरणजीत सिंह चन्नी हुण इत्थे आके
ਤੁਹਾਨੂੰ ਬੈਠਦੇ ਹੋਏ ਦਿਖਾਈ ਦੇ ਰਹੇ। ਹਾਲਾਂਕਿ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ। ਹੋਰ ਵੀ ਜਿਹੜੇ ਵਿਧਾਇਕ ਨੇ, ਕਾਂਗਰਸ ਲੀਡਰਸ ਨੇ, ਉਹ ਵੀ ਉਹਨਾਂ ਦੇ ਨਾਲ ਨੇ। ਤੇ ਅੱਜ ਜਿਹੜਾ ਚੰਡੀਗੜ੍ਹ ਕਾਂਗਰਸ, ਜਿਹੜਾ ਯੂਥ ਕਾਂਗਰਸ ਹੈ, ਉਹਨਾਂ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਚੰਡੀਗੜ੍ਹ ਦੇ ਸੈਕਟਰ 16 ਗਾਂਧੀ ਭਵਨ ਦੇ ਬਿਲਕੁਲ ਅੰਦਰ। ਤੇ ਉੱਥੇ ਹੁਣ ਪਹੁੰਚੇ ਨੇ, ਉਹਨਾਂ ਦੇ ਨਾਲ ਪ੍ਰਗਟ ਸਿੰਘ ਵੀ ਇੱਥੇ ਮੌਜੂਦ ਨੇ। ਮੋਸਟਲੀ ਜਿਹੜੇ ਵਿਧਾਇਕ ਨੇ, ਕਾਂਗਰਸ ਲੀਡਰਸ ਨੇ, ਉਹਨਾਂ ਦੇ ਨਾਲ ਇੱਥੇ ਪਹੁੰਚੇ ਨੇ। ਤੇ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ, ਕਿਉਂਕਿ ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਦੀ, ਲੇਕਿਨ ਉਹਨਾਂ ਨੇ ਹਜੇ ਕੋਈ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ। ਇੱਥੇ ਪਹੁੰਚੇ ਨੇ ਚੰਡੀਗੜ੍ਹ ਯੂਥ ਕਾਂਗਰਸ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਉਹਨੂੰ ਲੈ ਕੇ ਜਿਹੜੀ ਹੈ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਲੇਕਿਨ ਹਜੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਉਹ ਕਰਦੇ ਨਹੀਂ ਨਜ਼ਰ ਆ ਰਹੀ। ਲਗਾਤਾਰ ਜਿਹੜਾ ਲਖੀਮਪੁਰ ਖੇੜੀ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ, ਅੱਜ ਸਵੇਰ ਦਾ ਹੀ ਜਿਹੜਾ ਚੰਡੀਗੜ੍ਹ ਯੂਥ ਕਾਂਗਰਸ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੂੰ ਜਿਹੜਾ ਅਰੈਸਟ ਕੀਤਾ ਹੈ। ਤੇ ਉਹਦੇ ਨਾਲ ਹੋਰ ਕੀ ਇਹ ਕੋਸ਼ਿਸ਼ ਰਹੇਗੀ ਸਾਡੀ ਉਹਦੀ ਗੱਲ ਕਰਨ ਦੀ। ਚਿਹਰੇ ਪਿੱਛੇ ਆ ਯਾਰ, ਅੱਗੇ ਸ਼ੌਕ ਕੀ ਕਰੀ ਜਾਂਦਾ ਪਿੱਛੇ ਆ ਥੋੜਾ ਕਿੱਥੇ ਕਰ ਰਹੇ ਉਧਰ ਤੱਕ ਪਿੱਛੇ ਨੂੰ ਆਓ ਥੋੜਾ ਚਿਹਰੇ ਪਿੱਛੇ। ਤੇ ਪੁੱਲਰ ਕੋਸ਼ਿਸ਼ ਕਰਾਂਗੇ। ਇੱਥੇ ਸਾਰੀ ਤਸਵੀਰਾਂ ਤੁਸੀਂ ਵੇਖ ਰਹੇ ਹੋ, ਗਾਂਧੀ ਸਮਾਰਕ ਇੱਥੇ ਪਹੁੰਚੇ ਨੇ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੇ ਨਾਲ ਮੰਤਰੀ ਬਾਦਲ ਵੀ ਨੇ। ਇਹਨੂੰ ਜਗ੍ਹਾ ਹੈਗੀ ਤੇਰੇ ਕੋਲ ਬਾਹਰ ਤਾਂ ਤਸਵੀਰਾਂ ਤੁਹਾਨੂੰ ਗਾਂਧੀ ਭਵਨ ਚੰਡੀਗੜ੍ਹ ਦੀਆਂ ਦਿਖਾ ਰਹੇ ਹਾਂ, ਜਿੱਥੇ ਕਿ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਕਾਂਗਰਸ ਦੇ ਪ੍ਰਦਰਸ਼ਨ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਨੇ। ਉਹਨਾਂ ਦੇ ਨਾਲ ਉਹਨਾਂ ਦੇ ਕਈ ਕੈਬਨਿਟ ਦੇ ਮੰਤਰੀ ਤੇ ਵਿਧਾਇਕ ਵੀ ਮੌਜੂਦ ਨੇ, ਕਈ ਵਰਕਰ ਵੀ ਮੌਜੂਦ ਨੇ। ਤਾਂ ਅੱਜ ਲਖੀਮਪੁਰ ਕਾਂਡ ਦੇ ਵਿੱਚ ਮਾਰੇ ਗਏ ਕਿਸਾਨਾਂ ਦੇ ਜਿਹੜੇ ਉਹਨਾਂ ਦੀ ਜਾਨ ਗਈ ਆ, ਉਸ ਦੇ ਰੋਸ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਗਾਂਧੀ ਭਵਨ ਕੀਤਾ ਜਾ ਰਿਹਾ। ਚੰਡੀਗੜ੍ਹ ਯੂਥ ਕਾਂਗਰਸ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ, ਜਿਸ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਪਹੁੰਚੇ ਨੇ। ਤਾਂ ਉਹ ਵੀ ਇਸ ਧਰਨੇ ਦੇ ਵਿੱਚ, ਇਸ ਰੋਸ ਮੁਜ਼ਾਹਰੇ ਦੇ ਵਿੱਚ ਆ ਕੇ ਉਹ ਸ਼ਾਂਤਮਈ ਢੰਗ ਦੇ ਨਾਲ ਬੈਠ ਗਏ ਨੇ। ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਤਾਂ ਦੇਸ਼ ਵਿਆਪੀ ਜਿੱਥੇ ਪ੍ਰਦਰਸ਼ਨ ਹੋ ਰਿਹਾ, ਤਾਂ ਉੱਥੇ ਚੰਡੀਗੜ੍ਹ ਦੇ ਵਿੱਚ ਵੀ ਅੱਜ ਚੰਡੀਗੜ੍ਹ ਯੂਥ ਕਾਂਗਰਸ ਦੇ ਵੱਲੋਂ ਇਹ ਪ੍ਰਦਰਸ਼ਨ ਲਖੀਮਪੁਰ ਕਾਂਡ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ। ਗਾਂਧੀ ਭਵਨ ਚੰਡੀਗੜ੍ਹ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਜਿੱਥੇ ਕਿ ਇਸ ਵੇਲੇ ਇਹ ਪ੍ਰਦਰਸ਼ਨ ਜਾਰੀ ਹੈ। ਸ਼ਾਂਤਮਈ ਢੰਗ ਦੇ ਨਾਲ ਬੈਠ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ, ਤਾਂ ਉਸ ਦੇ ਵਿੱਚ ਸ਼ਿਰਕਤ, ਉਸ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਮੁੱਖ ਮੰਤਰੀ ਸਮੇਤ ਕਈ ਵਿਧਾਇਕ ਤੇ ਕੈਬਨਿਟ ਮੰਤਰੀ ਪਹੁੰਚੇ ਹੋਏ ਨੇ। ਤਾਂ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਅਸੀਂ ਤਸਵੀਰਾਂ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਦੇ ਉੱਪਰ ਦਿਖਾ ਰਹੇ ਹਾਂ, ਗਾਂਧੀ ਭਵਨ ਚੰਡੀਗੜ੍ਹ ਦੀਆਂ, ਜਿੱਥੇ ਕਿ ਅੱਜ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਕੱਲ ਤੋਂ ਹੀ ਸੂਬੇ ਭਰ ਦੇ ਵਿੱਚ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉੱਥੇ ਹੀ ਕਾਂਗਰਸ ਦੇ ਵੱਲੋਂ ਵੀ ਦੇਸ਼ ਵਿਆਪੀ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਉਧਰ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਿਯੰਕਾ ਗਾਂਧੀ ਨੂੰ ਵੀ ਹਲੇ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਲਖੀਮਪੁਰ ਦੇ ਵਿੱਚ ਪੁਲਿਸ ਸਟੇਸ਼ਨ ਦੇ ਰੈਸਟ ਹਾਊਸ ਦੇ ਵਿੱਚ, ਉਹਨਾਂ ਨੂੰ ਵੀ ਹਲੇ ਰਿਹਾ ਨਹੀਂ ਕੀਤਾ ਗਿਆ। ਤਾਂ ਉਸ ਦੇ ਵਿਰੋਧ ਦੇ ਵਿੱਚ ਵੀ ਕੱਲ ਬੀਤੇ ਦਿਨ ਵੀ ਸੀਨੀਅਰ ਕਾਂਗਰਸ ਲੀਡਰਾਂ ਦੇ ਵੱਲੋਂ ਕਾਂਗਰਸ ਪ੍ਰਧਾਨ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ ਗਵਰਨਰ ਹਾਊਸ ਦੇ ਬਾਹਰ। ਔਰ ਅੱਜ ਚੰਡੀਗੜ੍ਹ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਗਾਂਧੀ ਭਵਨ ਸੈਕਟਰ 16 ਦੇ ਵਿੱਚ ਚੰਡੀਗੜ੍ਹ ਯੂਥ ਕਾਂਗਰਸ ਦੇ ਵੱਲੋਂ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਲਖੀਮਪੁਰ ਕਾਂਡ ਦੇ ਵਿਰੋਧ ਦੇ ਵਿੱਚ, ਜਿਸ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਮੁੱਖ ਮੰਤਰੀ ਪੰਜਾਬ ਪਹੁੰਚੇ ਨੇ। ਉਹਨਾਂ ਦੇ ਨਾਲ ਜਿਵੇਂ ਕਿ ਤਸਵੀਰਾਂ ਵਿੱਚ ਦੇਖ ਪਾ ਰਹੇ ਹਾਂ ਕੈਬਨਿਟ ਮੰਤਰੀ ਤੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨਜ਼ਰ ਆ ਰਹੇ ਨੇ, ਮਦਨ ਲਾਲ ਜਲਾਲਪੁਰ ਨਜ਼ਰ ਆ ਰਹੇ ਨੇ, ਵਿਧਾਇਕ ਨੇ ਉਹਨਾਂ ਦੇ ਪਿੱਛੇ ਵਰਿੰਦਰਮੀਤ ਸਿੰਘ ਪਾੜਾ ਨਜ਼ਰ ਆ ਰਹੇ ਨੇ, ਕੁਲਦੀਪ ਬੈਜ ਨਜ਼ਰ ਆ ਰਹੇ ਨੇ, ਤਾਂ ਹੋਰ ਵੀ ਕਈ ਵਿਧਾਇਕ, ਸੁਰਿੰਦਰ ਡਾਬਰ ਵੀ ਨਜ਼ਰ ਆ ਰਹੇ ਨੇ। ਤਾਂ ਕਈ ਵਿਧਾਇਕ ਤੇ ਮੰਤਰੀ ਉਹਨਾਂ ਦੇ ਨਾਲ ਪਹੁੰਚੇ ਨੇ ਸੀਐਮ ਦੇ ਨਾਲ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ, ਇਸ ਦਾ ਹਿੱਸਾ ਬਣਨ ਦੇ ਲਈ। ਤਾਂ ਸ਼ਾਂਤਮਈ ਢੰਗ ਦੇ ਨਾਲ ਬੈਠ ਕੇ ਇੱਕ ਤਰੀਕੇ ਦੇ ਨਾਲ ਮੌਨ ਰੂਪ ਦੇ ਵਿੱਚ ਜਿਹੜਾ ਹੈ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਇੱਕ ਪ੍ਰਦਰਸ਼ਨ ਕਰਨ ਦਾ ਤਰੀਕਾ ਔਰ ਕੇਂਦਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਪ੍ਰੀਤ ਕਾਂਗੜ ਵੀ ਨਜ਼ਰ ਆ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਲਖੀਮਪੁਰ ਕਾਂਡ ਹੋਇਆ, ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਦਰਦ ਦਿੱਤਾ ਗਿਆ, ਉਹ ਬੇਹੱਦ ਦਰਦਨਾਕ ਹੈ। ਔਰ ਉਸ ਦੀ ਨਿਖੇਧੀ ਕਰਦੇ ਨੇ ਔਰ ਜਲਦ ਤੋਂ ਜਲਦ ਜਿਹੜੇ ਦੋਸ਼ੀਆਂ ਨੂੰ ਫੜ ਕੇ ਅੰਦਰ ਕਰਨ ਦੀ, ਉਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਔਰ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਯੂਥ ਕਾਂਗਰਸ ਦਾ ਜਿਹੜਾ ਇਹ ਪ੍ਰਦਰਸ਼ਨ ਵਿੱਢਿਆ ਗਿਆ ਸੀ, ਜਿਸ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਸੈਕਟਰ 16 ਸਥਿਤ ਗਾਂਧੀ ਭਵਨ ਦੇ ਵਿੱਚ ਮੁੱਖ ਮੰਤਰੀ ਪੰਜਾਬ ਆਪਣੀ ਟੀਮ ਸਮੇਤ ਪਹੁੰਚੇ। ਤਾਂ ਮੌਨ ਵਰਤ ਉੱਤੇ ਬੈਠੇ ਨੇ ਮੁੱਖ ਮੰਤਰੀ ਪੰਜਾਬ। ਤਾਂ ਉਹਨਾਂ ਦੇ ਵੱਲੋਂ ਮੌਨ ਵਰਤ ਧਾਰਨ ਕੀਤਾ ਹੋਇਆ, ਉਹਨਾਂ ਦੇ ਨਾਲ ਤਮਾਮ ਜਿੰਨੇ ਵੀ ਦਰਜਾ ਬਦਰਜਾ
ਸ਼ਖਸੀਅਤਾਂ ਪਹੁੰਚੀਆਂ ਹੋਈਆਂ। ਨਾਲ ਤੌਰ ਦੇ ਉੱਪਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਯੂਥ ਕਾਂਗਰਸ ਦੇ ਵੱਲੋਂ ਵੀ ਮੌਨ ਧਾਰਨ ਕੇ ਜਾਣੀ ਕਿ ਸ਼ਾਂਤਮਈ ਢੰਗ ਦੇ ਨਾਲ, ਕਿਉਂਕਿ ਗਾਂਧੀ ਭਵਨ ਨੂੰ ਚੁਣਿਆ ਗਿਆ ਤਾਂ ਕਿਤੇ ਨਾ ਕਿਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਹੋ ਰਿਹਾ। ਇੱਕ ਵਾਰ ਫਿਰ ਤੋਂ ਚੱਲਦੇ ਹਾਂ ਸਾਡੇ ਸਹਿਯੋਗੀ ਮਨੋਜ ਰਾਠੀ ਦੇ ਕੋਲ। ਮਨੋਜ, ਤਾਂ ਮੌਨ ਵਰਤ ਧਾਰਨ ਕਰਕੇ ਬੈਠੇ ਨੇ ਸਾਰੇ, ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਤਾਂ ਕਿਤੇ ਨਾ ਕਿਤੇ ਗਾਂਧੀ ਭਵਨ ਤੋਂ ਇੱਕ ਸੁਨੇਹਾ ਦੇਣ ਦੀ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਬਿਲकुल ਪੁੱਲਰ, ਤੁਸੀਂ ਦੇਖ ਰਹੇ ਹੋ ਤਸਵੀਰਾਂ, ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਮੁੱਖ ਮੰਤਰੀ ਪੰਜਾਬ ਦੇ ਨਾਲ ਹੋਰ ਵੀ ਜਿਹੜੇ ਕਾਂਗਰਸ ਲੀਡਰਸ ਨੇ, ਵਿਧਾਇਕ ਨੇ, ਉਹ ਬੜੇ ਮੌਨ ਕਰਕੇ ਬੈਠੇ ਨੇ। ਲਖੀਮਪੁਰ ਖੇੜੀ 'ਚ ਜਿਹੜਾ ਹੋਇਆ, ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਆ ਸਵੇਰ ਤੋਂ ਹੀ ਗਾਂਧੀ ਭਵਨ ਚੰਡੀਗੜ੍ਹ ਸੈਕਟਰ 16 ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਸ਼ਾਂਤੀਮਈ ਤਰੀਕੇ ਨਾਲ ਇਹ ਜਿਹੜਾ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਸੀ ਤੇ ਹੁਣ ਖੁਦ ਇੱਥੇ ਮੁੱਖ ਮੰਤਰੀ ਪੰਜਾਬ ਇੱਥੇ ਪਹੁੰਚੇ ਨੇ। ਆਪਣੇ ਜਿਹੜੇ ਵਿਧਾਇਕ ਨੇ, ਆਪਣੀ ਜਿਹੜੀ ਟੀਮ ਹੈ, ਉਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਤੇ ਮੌਨ ਰੱਖ ਕੇ ਬੈਠਦੇ ਨਜ਼ਰ ਆ ਰਹੇ ਨੇ। ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ, ਮਨਪ੍ਰੀਤ ਬਾਦਲ ਨੇ, ਉਹਨਾਂ ਦੇ ਨਾਲ ਹੋਰ ਜਿਹੜੇ ਮਿਨਿਸਟਰਸ ਨੇ ਉਹਨਾਂ ਦੇ ਨਾਲ ਪਹੁੰਚੇ ਨੇ। ਹਾਲਾਂਕਿ ਹੁਣ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜਦੋਂ ਹੀ ਉਹ ਇੱਥੇ ਉੱਠਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਗੱਲ। ਰਾਜਕੁਮਾਰ ਵੇਰਕਾ ਵੀ ਇੱਥੇ ਪਹੁੰਚੇ ਨੇ, ਹੋਰ ਜਿਹੜੇ ਵਿਧਾਇਕ ਨੇ ਉਹ ਵੀ ਇੱਥੇ ਪਹੁੰਚੇ ਨੇ ਤੇ ਮੌਨ ਜਿਹੜੇ ਆ ਉਹ ਬੈਠਦੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਪੰਜਾਬ। ਤੁਹਾਨੂੰ ਦੱਸ ਦਈਏ ਕਿ ਲਖੀਮਪੁਰ ਖੇੜੀ ਕੱਲ੍ਹ ਵੀ ਇੱਥੇ ਰਾਜ ਭਵਨ 'ਚ ਜਿਹੜਾ ਨਵਜੋਤ ਸਿੰਘ ਸਿੱਧੂ ਤੇ ਹੋਰ ਜਿਹੜੇ ਵਿਧਾਇਕ ਨੇ, ਹੋਰ ਕਾਂਗਰਸ ਦੇ ਜਿਹੜੇ ਯੂਥ ਕਾਂਗਰਸ ਦੇ, ਉਹਨਾਂ ਨੂੰ ਵੀ ਡਿਟੇਨ ਕੀਤਾ ਸੀਗਾ ਤੇ ਉਹਨਾਂ ਨੇ ਕਾਫੀ ਉੱਥੇ ਪ੍ਰਦਰਸ਼ਨ ਕੀਤਾ ਸੀਗਾ ਰਾਜ ਭਵਨ ਦੇ ਅੱਗੇ। ਤੇ ਲਖੀਮਪੁਰ ਇੰਸੀਡੈਂਟ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੂੰ ਜਿਹੜਾ ਹਿਰਾਸਤ ਲਿੱਤਾ ਸੀਗਾ, ਉਹਨੂੰ ਲੈ ਕੇ ਵੀ ਕਾਂਗਰਸ ਦਾ ਜਿਹੜਾ ਪ੍ਰੋਟੈਸਟ ਹੈ ਉਹ ਲਗਾਤਾਰ ਜਾਰੀ ਹੈ। ਤੇ ਹੁਣ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਅੱਜ ਜਿਹੜਾ ਚੰਡੀਗੜ੍ਹ ਕਾਂਗਰਸ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ ਉੱਥੇ ਪਹੁੰਚੇ ਨੇ ਤੇ ਹੁਣ ਇੱਥੇ ਬਹਿ ਕੇ ਜਿਹੜਾ ਮੌਨ ਵਰਤ ਇਹਨਾਂ ਨੇ ਰੱਖਿਆ ਹੈ, ਮੌਨ ਜਿਹੜਾ ਦਿੱਤਾ ਹੈ। ਤੇ ਹੁਣ ਕੋਸ਼ਿਸ਼ ਜ਼ਰੂਰ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਨ ਦੀ, ਜਦੋਂ ਹੀ ਤੁਹਾਡੇ हेलो इधर एक सेकंड लेके भेजना। सब एक अगर मेरी थैंक यू अगर मेरी अकल मुझे धोखा नहीं दे रही तो सन 1905 का एक वाक्य है। एक नौजवान बैरिस्टर जिनका नाम था मोहनदास करमचंद गांधी, वो साउथ अफ्रीका में पीटर मैरिट्सबर्ग, एक छोटा सा स्टेशन है जैसे हमारे कालका का स्टेशन है, और मैं उस स्टेशन के मैंने दर्शन किए हैं। तो एक भारत का एक नौजवान जिनका नाम मोहनदास करमचंद गांधी था, वो रेल पे सफ़र कर रहे थे और फर्स्ट क्लास के डब्बे में सफ़र कर रहे थे। तो उस डब्बे में दो अंग्रेज फौज के अफसर आ गए और गांधी जी से पूछने लगे कि आप फर्स्ट क्लास में सफ़र क्यों कर रहे हो, आप हिंदुस्तानी हो और आपका रंग काला है, आप स्टेशन से, इस गाड़ी से बाहर निकल जाओ। जब उन्होंने जवाब दे दिया तो पीटर मैरिट्सबर्ग स्टेशन पे महात्मा गांधी और उनके जो सारा सामान था धक्के मार के, ठुड्डे मार के स्टेशन पे उन्हें गिरा दिया गया। और महात्मा गांधी ने वहाँ एक वचन किया, एक अज़म किया, और वो अंग्रेज अफसरों को बोले कि आज तो तुमने मुझे रेल के डब्बे से बाहर निकाला है, एक दिन आएगा जब मैं आपको अपने मुल्क से बाहर निकाल दूंगा। आज उसी महात्मा गांधी के मुजस्मे के नीचे पंजाब के कांग्रेस पार्टी के चीफ मिनिस्टर और सारे जो चीफ मिनिस्टर साहब के साथ एमएलए काम करते हैं, हम ये अज़म करके चले हैं, ये संकल्प करके चले हैं, जो लखीमपुर खेड़ी में जो बर्बरियत के वाक़यात हुए, जो वहशियत हमने देखी, हम महात्मा गांधी जी की कसम खा के इनके मुजस्मे के नीचे बैठे कि हमारी ये अब पुरजोर कोशिश है और हम अज़म करके चलते हैं कि बीजेपी को हम, जैसे अंग्रेज को हमने मुल्क से निकाला और जो वाक़यात जो यूपी में हुए हैं, और जिस इंसान के सीने में दिल है उस इंसान का सीना दहल गया। एक पंजाब के बहुत बड़े शायर हुए हैं और उनका ये कलाम है हबीब जालिब का कि तुझसे पहले जो शख्स
यहाँ तख्त नशीद था, उसे भी अपने खुदा होने का उतना ही यकीन था। तो बीजेपी ਨੂੰ ਤਾਂ ਲੱਗਦਾ ਇਹ ਖੁਦਾ ਬਣ ਗਿਆ ਹੈ, ਪਰ ਇਹ ਖੁਦਾ ਹੈ ਨਹੀਂ। ਔਰ ਅਸੀਂ ਮਹਾਤਮਾ ਗਾਂਧੀ ਦੀ ਸਹੁੰ ਖਾਂਦੇ ਹਾਂ ਕਿ ਸਾਡੀ ਹੁਣ ਕਾਂਗਰਸ ਪਾਰਟੀ ਦੇ ਚੀਫ ਮਿਨਿਸਟਰ ਤੇ ਪੰਜਾਬ ਦੇ ਐਮਐਲਏਆਂ ਦੀ ਹਰ ਮੁਮਕਿਨ ਕੋਸ਼ਿਸ਼ ਹੋਊਗੀ ਕਿ ਅਸੀਂ ਬੀਜੇਪੀ ਨੂੰ ਇਸ ਸੂਬੇ 'ਚ ਅਖੀਰ ਆਪਣੇ ਦੇਸ਼ 'ਚੋਂ ਬਾਹਰ ਕੱਢੀਏ। ਔਰ ਇਹ ਸਿੰਬੋਲਿਕ ਜਿਹੜਾ ਕਾਂਗਰਸ ਪਾਰਟੀ ਦਾ ਪ੍ਰੋਟੈਸਟ ਹੈ, ਜਿਹਨੂੰ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਲੀਡ ਕਰ ਰਹੇ ਹੈ, ਅਸੀਂ ਇਸ ਜਜ਼ਬਾਤ ਦੇ ਵਿੱਚ ਅਸੀਂ ਸਾਰੇ ਸ਼ਾमिल ਹੁੰਦੇ। चलिए जी, आप क्या कहेंगे जिस तरह से लखीमपुर की घटना घटी है और आज भी प्रियंका गांधी की गिरफ्तारी कर ली गई है? बोलो जी। बहुत ही दुखदाई घटना हुई है, निंदन योग घटना हुई है। निंदनीय है ये कार्रवाई। जिस तरीके से पीछे से गाड़ी ले आकर शांतमयी ढंग से प्रदर्शन कर रहे किसानों को गाड़ी के नीचे कुचला गया है, मारा गया है, और ये सब कुछ इंटेंशनल हुआ है। पहले बीजेपी के लीडर ने लेक्चर करके ये कहा है कि हम इनको छोड़ेंगे नहीं, यहाँ से निकालेंगे, और फिर इंटेंशनली उनको मारा गया है। ये ब्रूटल एक्शन है। जलियांवाले बाग की याद करवा दी है कि किस तरीके से जनरल डायर ने शांतमयी प्रदर्शनकारियों को गोलियों से मारा था। आज किसानों के साथ वैसे ही किया गया है। ये इस तरह का निजाम देश में नहीं चलेगा। हमारे नेता प्रियंका गांधी जी को अरेस्ट किया हुआ है। दिस इज टू मच। ये बर्दाश्तनीय नहीं है। आज खून खोल रहा है सारे देशवासियों का। इसीलिए मैं आज अपने साथियों के साथ महात्मा गांधी जी के चरणों में आकर बैठा हूं कि हमें शक्ति दो कि हम शांतमयी ढंग से अहिंसा के रास्ते पे चल सकें। हमने वहाँ बात करेंगे सीएम साहब। मैं कहना चाहता हूं केंद्र सरकार को कि देश के नौजवान को दोबारा फिर लोकतंत्र देश में बहाल करने के लिए मजबूर मत करो कि वो भगत सिंह की तरफ देखें। मजबूर मत करो कि वो राजगुरु और सुखदेव की तरफ देखें। मजबूर मत करो कि उनको फिर से शहीद उधम सिंह के रास्ते और उसके पे चलना पड़े। आज जरूरत है कि पब्लिक की आवाज को पहचाना जाए। जो लोकतंत्र में सरकारें होती हैं, पब्लिक के अनुसार उनको चलना चाहिए, उनकी डिमांड्स को देखना चाहिए। आज किसान परेशान है, देश का किसान मर रहा है। उसको समझते हुए ये 3 जो काले कानून केंद्र सरकार लेकर आई है, इसको तुरंत रद्द करना चाहिए। और इस तरह की जो घटनाएं हो रही हैं, इनको रोकना चाहिए। मोदी जी अपने बीजेपी के लोगों को रोकें, ये आरएसएस को रोकें। ये नहीं चलेगा देश में। देश हमारा है, देश देशवासियों का है। आप 6 बजे मिल रहे हैं अमित शाह को, अमित शाह के पास ये मुद्दा उठाएंगे, डिमांड करेंगे और क्या? मैं इसी मुद्दे के लिए जा रहा हूं। 6:30 बजे मेरी मीटिंग है, उसमें ये इस बात की भी चर्चा करूंगा। हरियाणा के सीएम ने भी एक बयान दिया, उन्होंने कहा डंडे ले लो और ये जो बैठे हैं गांव-गांव में कमेटी बना लो, इनको डंडों से। अरे सीएम कहीं का भी हो, चाहे पंजाब का हो, चाहे हरियाणा का, चाहे राजस्थान का, चाहे किसी भी सूबे का, या प्रधानमंत्री हो, डंडे का राज नहीं चलेगा, लोकतंत्र का राज हरियाणा चलेगा। के सीएम को आप मिले भी थे, आप उनको कोई सजेशन दें? ओके, थैंक यू। सर, प्रियंका गांधी को बताइए, और क्या कहेंगे? ਤਾਂ ਲਖੀਮਪੁਰ ਦੇ ਵਿੱਚ ਵਾਪਰੀ ਘਟਨਾ ਮੰਦਭਾਗੀ ਸੀ। ਇਸ ਗੱਲ ਦਾ ਜ਼ਿਕਰ ਕੀਤਾ ਚਰਨਜੀਤ ਚੰਨੀ ਨੇ ਚੰਡੀਗੜ੍ਹ ਸਥਿਤ
ਚੰਡੀਗੜ੍ਹ ਯੂਥ ਕਾਂਗਰਸ ਦੇ ਜਿਹੜਾ ਰੋਸ ਮੁਜ਼ਾਹਰਾ ਸੀ ਉਸ ਦੇ ਵਿੱਚ ਸ਼ਿਰਕਤ ਕਰ ਪਹੁੰਚੇ ਸੀ। ਉਹਨਾਂ ਨੇ ਜ਼ਿਕਰ ਕੀਤਾ ਕਿ ਜਾਣ ਬੁੱਝ ਕੇ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਗਈ ਤਾਂ ਕਿਸਾਨਾਂ ਨੂੰ ਗੱਡੀ ਹੇਠਾਂ ਦਰੜਿਆ ਗਿਆ। ਇਸ ਗੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਬਹੁਤ ਹੀ ਗੰਦੇ ਤਰੀਕੇ ਦੇ ਨਾਲ ਜਿਹੜਾ ਹੈ ਉਹਨੂੰ ਗੱਡੀ ਹੇਠਾਂ ਦਰੜ ਦਿੱਤਾ ਗਿਆ ਔਰ ਜਾਣ ਬੁੱਝ ਕੇ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਗਈ। ਇਸ ਗੱਲ ਦਾ ਵੀ ਜ਼ਿਕਰ ਸੀਐਮ ਪੰਜਾਬ ਨੇ ਕੀਤਾ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਉਸਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਔਰ ਬੇਹੱਦ ਮੰਦਭਾਗੀ ਘਟਨਾ ਜਿਹੜੀ ਲਖੀਮਪੁਰ ਦੇ ਵਿੱਚ ਵਾਪਰੀ ਹੈ। ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਗੱਡੀ ਥੱਲੇ ਦਰੜਿਆ ਗਿਆ ਔਰ ਜਾਣ ਬੁੱਝ ਕੇ ਕਿਸਾਨਾਂ ਦੇ ਉੱਪਰ ਗੱਡੀ ਚੜਾ ਦਿੱਤੀ ਗਈ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਲਖੀਮਪੁਰ ਕਾਂਡ ਦੇ ਵਿਰੋਧ ਅੱਜ ਪ੍ਰਦਰਸ਼ਨ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਨਾਲ ਕਈ ਕੈਬਨਿਟ ਮੰਤਰੀ ਤੇ ਕਈ ਵਿਧਾਇਕ ਵੀ ਸਨ। ਤਾਂ ਕੁਝ ਮਿੰਟ ਉਹਨਾਂ ਨੇ ਮੌਨ ਧਾਰ ਕੇ ਗਾਂਧੀ ਭਵਨ ਦੇ ਵਿੱਚ ਆਪਣੇ ਸ਼ਰਧਾ ਦੇ ਫੁੱਲ ਕਹਿ ਸਕਦੇ ਹਾਂ ਭੇਂਟ ਕੀਤੇ। ਤਾਂ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਕੋਲ ਵੀ ਚੁੱਕਾਂਗਾ ਕਿਉਂਕਿ ਮੇਰੀ ਅੱਜ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਹੈ। ਇਸ ਗੱਲ ਦਾ ਵੀ ਜ਼ਿਕਰ ਚਰਨਜੀਤ ਚੰਨੀ ਨੇ ਕੀਤਾ। ਉਹਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਕੋਲ ਵੀ ਇਹ ਮੁੱਦਾ ਚੁੱਕਾਂਗਾ ਔਰ ਜ਼ੋਰਦਾਰ ਤਰੀਕੇ ਦੇ ਨਾਲ ਉਹਨਾਂ ਤੱਕ ਗੱਲ ਪਹੁੰਚਾਵਾਂਗਾ ਔਰ ਇਸ ਪੂਰੇ ਘਟਨਾ ਦੀ ਮੈਂ ਨਿੰਦਿਆ ਕਰਦਾ। ਔਰ ਨਾਲ ਹੀ ਉਹਨਾਂ ਜ਼ਿਕਰ ਕੀਤਾ ਕਿ ਜਾਣ ਬੁੱਝ ਕੇ ਇਸ ਜਿਹੜਾ ਗੱਡੀ ਥੱਲੇ ਕਿਸਾਨਾਂ ਨੂੰ ਦਰੜਿਆ ਗਿਆ ਸੀ ਔਰ ਉਹਨਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਗੱਡੀ ਚੜਾਈ ਗਈ, ਇਸ ਪੂਰੇ ਲਖਮੀਪੁਰ ਕਾਂਡ ਦੀ ਉਹ ਬੇਹੱਦ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹੋਏ ਨਜ਼ਰ ਆਏ। ਔਰ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਅੱਜ ਉਹਨਾਂ ਦੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਵੀ ਹੈ ਔਰ ਅਮਿਤ ਸ਼ਾਹ ਦੇ ਅੱਗੇ ਉਹ ਇਸ ਮਾਮਲੇ ਨੂੰ ਚੱਕਣਗੇ। ਤੇ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਲਗਾਤਾਰ ਤਸਵੀਰਾਂ ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ ਜਿਹੜੇ ਹੋਰ ਦੂਜੇ ਲੀਡਰਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਤੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ। ਤੇ ਹੋਰ ਜਿਹੜੇ ਵੱਡੇ ਦੂਜੇ ਲੀਡਰ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੇ ਗੁਰਜੀਤ ਕੋਟਲੀ ਵੀ ਕੈਬਨਿਟ ਮੰਤਰੀ ਵੀ ਇੱਥੇ ਪਹੁੰਚੇ ਨੇ। ਗੁਰਕੀਰਤ ਕੋਟਲੀ ਜੀ ਸਰ, ਹਾਂਜੀ ਅੱਜ ਅਮਿਤ ਸ਼ਾਹ ਨੂੰ ਵੀ ਮੁਲਾਕਾਤ ਕਰਨ ਜਾ ਰਹੇ ਨੇ। ਨਹੀਂ, ਇਹ ਤਾਂ ਮੈਨੂੰ ਨਹੀਂ ਪਤਾ, ਇਹ ਤਾਂ ਸੀਐਮ ਸਾਹਿਬ ਹੀ ਦੱਸ ਸਕਦੇ। ਕੋਟਲੀ ਜੀ ਵੀ ਸਾਡੇ ਨਾਲ ਨੇ। ਕੋਟਲੀ ਸਾਹਿਬ, ਅੱਜ ਇੱਥੇ ਚੰਡੀਗੜ੍ਹ ਯੂਥ ਕਾਂਗਰਸ ਦਾ ਪ੍ਰੋਟੈਸਟ ਚੱਲ ਰਿਹਾ ਸੀਗਾ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਜਿਹੜਾ ਲਖੀਮਪੁਰ ਖੀਰੀ 'ਚ ਹੋਇਆ ਇਨਸੀਡੈਂਟ? ਡਿਪਟੀ ਸੀਐਮ ਨੂੰ ਵੀ ਰੋਕ ਲਿਆ ਗਿਆ ਸੀਗਾ ਸਹਾਰਨਪੁਰ ਜਿਹੜਾ। ਦੇਖੋ, ਲੋਕਤੰਤਰ ਦੀ ਥਾਂ ਡੰਡਾ ਤੰਤਰ ਦਾ ਰਾਜ ਚੱਲ ਰਿਹਾ, ਹਿੰਸਾ ਦਾ ਰਾਜ ਚੱਲ ਰਿਹਾ ਔਰ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸ ਤਰ੍ਹਾਂ ਇਹ ਸਾਬਤ ਹੋ ਗਿਆ ਜੋ ਘਟਨਾ ਲਖੀਮਪੁਰ 'ਚ ਵਾਪਰੀ ਹੈ, ਇਸ ਘਟਨਾ ਨੇ ਇਹ ਗੱਲ ਸਿੱਧ ਕਰ ਦਿੱਤੀ ਆ ਵੀ ਮੋਦੀ ਸਰਕਾਰ ਦੇ ਅੰਦਰ ਹਿੰਸਾ ਦਾ ਰਾਜ ਚੱਲ ਰਿਹਾ, ਹਿੰਸਾ ਨੂੰ ਬੜਾਵਾ ਦਿੱਤਾ ਜਾ ਰਿਹਾ ਔਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਤੁਹਾਡਾ ਹੁਣ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈ ਉਹ ਰਹਿਣ ਵਾਲੀ ਹੈ? ਕਿਉਂਕਿ ਕੱਲ ਜਿੱਦਾਂ ਦੇਖਿਆ ਉੱਥੇ ਤਣਾਅਪੂਰਨ ਸੀਗਾ, ਸਹਿਮਤੀ ਵੀ ਦੀ ਗੱਲ ਕੀਤੀ ਗਈ ਹੈ ਕਿ 45 ਲੱਖ ਤੇ ਨੌਕਰੀ ਤੇ ਹੋਰ ਜਿਹੜੀ ਕੰਪਨਸੇਸ਼ਨ। ਦੇਖੋ, ਅਸੀਂ ਹਿੰਸਾ ਨੂੰ ਅਹਿੰਸਾ ਦੇ ਨਾਲ ਖਤਮ ਕਰਾਂਗੇ। ਕਾਂਗਰਸ ਪਾਰਟੀ ਦੀ ਜੋ ਮਹਾਤਮਾ ਗਾਂਧੀ ਜੀ ਦੀ ਨੀਤੀ ਸੀਗੀ, ਜੋ ਸੋਚ ਨੂੰ ਉਹ ਲੈ ਕੇ ਚੱਲੇ ਸੀ, ਕਾਂਗਰਸ ਪਾਰਟੀ ਅੱਜ ਵੀ ਉਸੇ ਸੋਚ ਤੇ ਚੱਲੀ ਹੋਈ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਮਾਹੌਲ ਬਣੇ, ਲੋਕਾਂ ਨੂੰ ਲੋਕਾਂ ਦਾ ਰਾਜ ਮਿਲੇ ਔਰ ਇਹ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਹੋਣ ਤਾਂ ਜੋ ਸਾਡੇ ਕਿਸਾਨਾਂ ਵਿੱਚ, ਖੇਤ ਮਜ਼ਦੂਰਾਂ 'ਚ ਇਹ ਸੁੱਖ ਦਾ ਸਾਹ ਮਿਲੇ ਉਹਨਾਂ ਨੂੰ ਔਰ ਜਿਹੜੇ ਲੋਕਾਂ ਨੇ ਜਾਨਾਂ ਤੱਕ ਗਵਾ ਦਿੱਤੀਆਂ ਨੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਤਕੜੀ ਹੋ ਕੇ ਖੜੀ ਹੈ। ਬਿਲਕੁਲ, ਜਿਹੜੇ ਕਾਂਗਰਸ ਲੀਡਰਸ ਨੇ ਉਹ ਵੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪੀਸਫੁਲ ਤਰੀਕੇ ਨਾਲ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੇ ਕੋਸ਼ਿਸ਼ ਸਾਡੀ ਇਹੀ ਹੈ ਕਿ ਪੀਸਫੁਲ ਤਰੀਕੇ ਨਾਲ ਜਿਹੜਾ ਹੈ ਉਹ ਪ੍ਰੋਟੈਸਟ ਸਾਡਾ ਚੱਲਦਾ ਰਹੇ ਤੇ ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਵੱਖ-ਵੱਖ ਜਿਹੜੇ ਲੀਡਰਸ ਨੇ ਉਹਨਾਂ ਨਾਲ ਅਸੀਂ ਗੱਲਬਾਤ ਜਿਹੜਾ ਹੈ ਉਹ ਕਰਦੇ ਨੇ। ਇਹ ਜਿਹੜੀ ਵੀਡੀਓ ਹੈ ਇਹ ਵੀਡੀਓ ਵੀ ਵਾਇਰਲ ਆ ਦੇਖੋ ਕਿਦਾਂ ਵੀਡੀਓ ਤੋਂ ਸਾਫ਼ ਪਤਾ ਲੱਗ ਰਿਹਾ ਵੀ ਇੱਕ ਸ਼ਾਂਤਮਈ ਲੋਕ ਪਿੱਛੋਂ ਲਿਆ ਕੇ ਗੱਡੀ ਚੜਾ ਦਿੱਤੀ ਗਈ ਔਰ ਉਹਨਾਂ ਨੂੰ ਕੁਚਲਿਆ ਗਿਆ, ਲੋਕਾਂ ਨੂੰ ਮਾਰ ਦਿੱਤਾ ਗਿਆ ਔਰ ਇਨਸਾਫ ਦੀ ਤਾਂ ਦੂਰ ਦੀ ਗੱਲ, ਦੂਸਰੀਆਂ ਪਾਰਟੀਆਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ, ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕਰਨ ਨਹੀਂ ਦਿੱਤਾ ਜਾ ਰਿਹਾ। ਸੋ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਅੱਜ ਬੀਜੇਪੀ ਦੇ ਸਾਜ਼ ਦੇ ਵਿੱਚ ਬਹੁਤ ਵੱਡੀ ਹਿੰਸਾ ਵਾਪਰ ਚੁੱਕੀਆਂ ਨੇ ਔਰ ਇਹ ਲੋਕਾਂ ਦੀ ਸਰਕਾਰ ਨਹੀਂ ਹੈਗੀ, ਇਹ ਡੰਡੇ ਤੰਤਰ। ਬਿਲਕੁਲ ਸਾਫ਼ ਤੌਰ ਤੇ ਜਿਹੜੇ ਲਗਾਤਾਰ ਜਿਹੜੇ ਕਾਂਗਰਸ ਲੀਡਰਸ ਨੇ, ਵਿਧਾਇਕ ਨੇ, ਉਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਹਾਲਾਤ ਇਸ ਟਾਈਮ ਚੱਲ ਰਹੇ ਹੈ ਲਖੀਮਪੁਰ 'ਚ ਜਿਹੜਾ ਹੋਇਆ ਇਨਸੀਡੈਂਟ, ਇਹ ਵੀਡੀਓ ਜਿਹੜੀ ਹੈ ਉਹ ਕਾਫੀ ਕੁਝ ਚੀਜ਼ਾਂ ਜਿਹੜੀਆਂ ਉਹ ਬਿਆਨ ਕਰਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ
ਪ੍ਰਗਟ ਸਿੰਘ ਵੀ ਸਾਡੇ ਨਾਲ ਨੇ, ਰਾਜਕੁਮਾਰ ਵੇਰਕਾ ਵੀ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਕਿਸ ਤਰ੍ਹਾਂ ਦੇ ਵਿਚਾਰ, ਕਿਉਂਕਿ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜੀ ਹੁਣ ਸਿਚੁਏਸ਼ਨ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਚੱਲ ਰਹੇ ਆ, ਉਹਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਕੋਸ਼ਿਸ਼ ਸਾਡੀ ਇਹੀ ਹੈ ਕਿ किस तरह असी इस पूरे प्रोटेस्ट ਨੂੰ करना है कि पीसफुल किस तरीके नाल असी काम करना, ये सारी चीज़ां ਜਿਹੜੀਆਂ एक पीसफुल तरीके नाल अज इत्थे सीएम पहुंचे ने, उन्होंने साफ तौर पर कहना है कि अज दिल्ली जिहड़ी मीटिंग हो रही है मनोज राठी। मनोज, जिस तरीके दे नाल सीएम भी कह रहे हैं कि जिहड़ा पूरा इंसीडेंट आ जान बुझ के उसके उपर जिहड़ा उहनूं सिरे चढ़ाया गया सी, और जिवें कि तस्वीरां बयान कर रही ने कि वीडियो भी दिखा रहे हैं उत्थे कि जान बुझ के जिहड़ी गड्डी सी ओह किसानां दे उपर चाढ़ी गई आ, तां पूरे करड़े शब्दां दे विच निंदिया करदे ने। फिलहाल उन्होंने कहा कि अज अमित शाह दे नाल उन्हां दी मुलाकात भी है। सीएम ने दस्सिया कि उन्हां दे अगे भी इस मुद्दे नूं जोर शोर दे नाल चक्किया जावेगा। उधर लखीमपुर ਦੇ ਵਿੱਚ ਮਾਰੇ ਗਏ ਕਿਸਾਨਾਂ ਦੇ ਮਾਮਲੇ ਵਿੱਚ ਇੱਕ ਹੁਣ ਨਵਾਂ ਪੇਜ ਸਾਹਮਣੇ ਆਇਆ ਹੈ। ਪਰਿਵਾਰਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਪਰਿਵਾਰਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਹਲੇ ਸਾਫ਼ ਇਨਕਾਰ ਕਰ ਦਿੱਤਾ ਔਰ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕਰ ਰਹੇ ਨੇ ਪਰਿਵਾਰ। ਤਾਂ ਹੁਣ ਵੱਡੀ ਖਬਰ ਇਸ ਵੇਲੇ ਦੀ ਆ ਰਹੀ ਹੈ ਲਖੀਮਪੁਰ ਕਾਂਡ ਨੂੰ ਲੈ ਕੇ, ਤਾਂ ਪੋਸਟਮਾਰਟਮ ਨੂੰ ਦੁਬਾਰਾ ਕਰਾਉਣ ਦੇ ਉੱਪਰ ਹੁਣ ਪਰਿਵਾਰ ਬਜਿੱਦ ਨਜ਼ਰ ਆ ਰਹੇ ਨੇ। ਪਰਿਵਾਰਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਦੁਬਾਰਾ ਪੋਸਟਮਾਰਟਮ ਕਰਵਾਇਆ ਜਾਵੇ ਪਹਿਲਾਂ ਔਰ ਦੁਬਾਰਾ ਰਿਪੋਰਟ ਆਉਣ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ। ਤਾਂ ਲਖੀਮਪੁਰ ਕਾਂਡ ਦੇ ਵਿੱਚ ਵੱਡੀ ਖਬਰ ਆ ਰਹੀ ਆ, ਤਾਂ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਸੀ ਉਸ ਨੂੰ ਉਹਨਾਂ ਨੇ ਸ਼ੱਕੀ ਦੱਸਿਆ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਰਿਪੋਰਟ ਦੇ ਉੱਪਰ ਯਕੀਨ ਨਹੀਂ ਹੈ। ਤਾਂ ਲਖੀਮਪੁਰ ਕਾਂਡ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਇਸ ਵੇਲੇ ਦੀ, ਜਿਹੜੇ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਨੇ ਉਹਨਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਜਵਾਬ ਦੇ ਦਿੱਤਾ। ਤਾਂ ਅਜੇ ਮਿਸ਼ਰਾ ਤੇ ਬੇਟੇ ਦੇ ਖਿਲਾਫ FIR ਦੀ ਕਾਪੀ ਉਹਨਾਂ ਨੂੰ ਨਹੀਂ ਮਿਲੀ। ਤਾਂ ਸਾਡੇ ਸਹਿਯੋਗੀ ਇਸ ਵੇਲੇ ਸੀਤਾਪੁਰ ਤੋਂ जुड़ रहे हैं, उन्होंने गलबात करांगे। मोहम्मद शबाब, मोहम्मद, जैसा कि बड़ी खबर आ रही है और परिवार वाले बता रहे हैं कि जो पोस्टमार्टम की रिपोर्ट उनके समक्ष आई है वो उससे सहमत नहीं है, तो दोबारा पोस्टमार्टम की मांग कर रहे हैं। क्या कुछ अपडेट है इस मामले में? देखिए, अभी पूरे इंसिडेंट से जुड़ी हुई 3 बड़ी अपडेट हैं। सबसे पहली अपडेट लखीमपुर से, जो खबर आप बता रहे हैं कि परिवार वाले जो हैं वो 2 लोगों की बॉडी का अंतिम संस्कार करने को तैयार नहीं हो रहे हैं। उन लोगों का कहना है कि जो पोस्टमार्टम की रिपोर्ट आई है उससे वो सेटिस्फाइड नहीं है। उनका ये कहना है कि उनके परिवार के सदस्य को गोली मारी गई है, जबकि पोस्टमार्टम रिपोर्ट में इस बात का जिक्र नहीं है। इसलिए उनकी बॉडी का दोबारा पोस्टमार्टम होना चाहिए और जब तक दोबारा पोस्टमार्टम नहीं हो जाएगा वो लोग अंतिम संस्कार नहीं करेंगे। ये खबर लखीमपुर से। दूसरी खबर प्रियंका गांधी से जुड़ी हुई आ रही है। प्रियंका गांधी अब तक डिटेन थी यूपी पुलिस के द्वारा। यूपी के सीतापुर में वो डिटेन थी। पहले मैं आपको वो गेस्ट हाउस दिखाऊंगा जहां पर प्रियंका गांधी अभी भी डिटेन है। ये पीछे जो आप देख रहे हैं ये पूरा इलाका PAC का गेस्ट हाउस है जहां पर प्रियंका गांधी डिटेन थी। लेकिन चूंकि ये कानूनी पेचीदगियां हैं कि आप 24 घंटे से ज्यादा किसी को हिरासत में यानी कि डिटेन में नहीं रख सकते, इसीलिए प्रियंका गांधी पर 3 धाराओं में FIR जो है वो दर्ज की गई है। और इसके साथ ही साथ प्रियंका गांधी के साथ साथ दीपेंद्र हुड्डा और जो दीपेंद्र हुड्डा हैं उनके साथ दिल्ली से आए थे, इसके अलावा MLC दीपक सिंह हैं, इसके अलावा अजय कुमार लल्लू हैं और प्रियंका गांधी का जो स्टाफ है उस पर भी जो है वो शांति भंग के मामलों में FIR की गई है। प्रियंका गांधी पर 3 महत्वपूर्ण धाराओं में FIR दर्ज की गई है और प्रियंका गांधी PAC के गेस्ट हाउस में जहां पर अब तक डिटेन थी उनको वहीं पर अस्थायी जेल बनाकर गिरफ्तार दिखाया गया है। यानी कि प्रियंका गांधी के लिए भी ये मुश्किलें थोड़ी बढ़ रही हैं। हालांकि प्रियंका गांधी के कद को देखते हुए चूंकि वो महासचिव हैं तो उनको यहीं पर अस्थायी जेल में ही उनको रखा गया है। अब प्रियंका गांधी को बाहर निकलने के लिए भी अपनी जमानत करानी होगी। फिलहाल प्रियंका गांधी जो हैं वो लगातार इस बात पर डटी हुई हैं कि वो बिना लखीमपुर जाए यहां से वापस नहीं जाना चाहती हैं, इसीलिए वो लगातार यहां पर रुकी हुई हैं। तीसरी महत्वपूर्ण खबर जो है वो इसी खबर से जुड़ी हुई ये आ रही है कि छत्तीसगढ़ के मुख्यमंत्री भूपेश बघेल जो प्रियंका गांधी से मिलने सीतापुर आना चाहते थे, लखनऊ आना चाहते थे, लखीमपुर खीरी जाना चाहते थे, उन्हें भी लखनऊ एयरपोर्ट पर लैंड होने के साथ ही रोक लिया गया है। एयरपोर्ट में ही लखनऊ के अमौसी चौधरी चरण सिंह एयरपोर्ट पर उनको रोक लिया गया है। उनको एयरपोर्ट से बाहर नहीं आने दिया जा रहा है और उनको रिसीव करने पहुंचे जो कांग्रेस के एक्स MP थे उनके साथ PL पुनिया और प्रमोद तिवारी
इनको भी एयरपोर्ट के जो पैरामाइसिस है उससे बाहर निकाल दिया गया है और भूपेश बघेल इस वक्त वहां पर प्रदर्शन कर रहे हैं, जमीन में बैठ गए हैं और वो हर हाल में वहां से निकलकर प्रियंका गांधी से मिलने की बात पर अड़े हुए हैं। तो इस वक्त यूपी में कांग्रेस का जो है वो मामला बेहद गंभीर हो गया है और बहुत सारी पेचीदगियां जो हैं वो बढ़ गई हैं। अब प्रियंका गांधी के लिए भी जो है वो जा पाना उतना मुमकिन नहीं है लखीमपुर। और दूसरी तरफ तमाम सेंसिटिविटी को देखते हुए सीतापुर में भी जो सुरक्षा व्यवस्था है वो बहुत चाक चौबंद कर दी गई है। बिल्कुल बिल्कुल मोहम्मद, जैसा कि आप बता रहे हैं कि अब एफआईआर दर्ज हो चुकी है और मोहम्मद तस्वीरें आप दिखाते रहिए और लगातार हम दर्शकों में बता रहे हैं कि बड़ी खबर आ रही है लखीमपुर कांड में से कि अब जो एफआईआर लॉन्च कर दी गई है प्रियंका गांधी के ऊपर। और जैसा कि हम तस्वीरें भी दिखा रहे हैं कि जैसा कि भूपेश बघेल जो कि सीएम हैं उनको भी एयरपोर्ट के अंदर ही रोक दिया गया है। तो मोहम्मद, एक बात और जानना चाहते हैं कि जो सुबह से प्रदर्शन हो रहा था कि क्यों बिना किसी मामला दर्ज किए प्रियंका गांधी को डिटेन करके रखा गया है, 24 घंटे के ऊपर समा हो जा रहा था, तो वहां पर भी यूथ कांग्रेस के या बाकी लोग थाने का घेराव कर रखा था, तो वहां की अभी क्या स्थिति है उसका भी अपडेट जानना चाहते हैं। देखिए, सीतापुर में कोई घेराव नहीं है कांग्रेसियों का। सीतापुर में जहां पर प्रियंका गांधी को डिटेन करके रखा गया था, ये सीतापुर का पीएससी का गेस्ट हाउस है, उसी के बाहर कांग्रेसी कार्यकर्ता जो हैं वो डटे हुए थे। मेरे कैमरामैन आपको दिखाएंगे, वो लोग अभी भी डटे हुए हैं। कांग्रेसी कार्यकर्ता जो हैं वो पूरे तरीके से वहां पर अब उन लोगों ने तंबू वगैरह लगा लिया है और वो लोग वहां पर बैठकर प्रियंका गांधी को रिहा करने और उनको लखीमपुर खीरी जाने की इजाजत देने की मांग कर रहे हैं। और उसी को लेकर के जो है वो लगातार जो परेशानियां हैं वो प्रियंका गांधी के लिए अब थोड़ी सी जरूर बढ़ेंगी। लेकिन कांग्रेसी कार्यकर्ताओं ने बिल्कुल घेरा डाल दिया है, डेरा डाल दिया है और कांग्रेसी कार्यकर्ता अब यहां पर अपने खाने पीने का इंतजाम लेकर के पहुंच गए हैं। बड़ी तादाद में पंडाल लगाकर कांग्रेसी कार्यकर्ता अपना विरोध दर्ज करा रहे हैं और सिर्फ उनकी मांग यही है कि प्रियंका गांधी को यहां से जाने दिया जाए और वो लखीमपुर जाकर जो है वो परिवार से मिलना चाहती हैं। लेकिन एडमिनिस्ट्रेशन इस बात को बार बार कह रहा है, बार बार प्रियंका गांधी को ये मनाया जा रहा था कल से कि जो है वो आप मामले को देखते चलिए और चूंकि अभी स्थितियां बहुत बेहतर नहीं है इसलिए हम आपको जाने की इजाजत नहीं दे सकते। देखिए वो जी बिल्कुल 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 मोहम्मद, तो लगातार आप ग्राउंड जीरो पर बने रहे, तस्वीरें दिखाते रहे। थोड़ी देर बाद फिर आपके पास आएंगे और जानेंगे क्या अपडेट आ रही है। तो बड़ी खबर इस ਵੇਲੇ यही आ रही है कि ਹੁਣ ਪ੍ਰਿयੰਕਾ ਗਾਂਧੀ ਦੇ ਉੱਪਰ ਲਖੀਮਪੁਰ ਦੇ ਵਿੱਚ ਐਫਆਈਆਰ ਲੌਂਚ ਕੀਤੀ ਗਈ ਹੈ ਵੱਖ-ਵੱਖ ਧਾਰਾਵਾਂ ਦੇ ਚੱਲਦੇ। ਤਾਂ ਹੁਣ ਬਿਨਾਂ ਜ਼ਮਾਨਤ ਤੋਂ ਸ਼ਾਇਦ ਉਹਨਾਂ ਨੂੰ ਬਾਹਰ ਨਹੀਂ ਆ ਸਕਦੇ। ਦੂਸਰੇ ਪਾਸੇ ਸੱਜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿ ਜਿੱਥੇ ਭੁਪੇਸ਼ ਬਘੇਲ ਜਿਹੜੇ ਕਿ ਲਖਨਊ ਦੇ 에ਅਰਪੋਰਟ ਪਹੁੰਚੇ ਸੀ ਉਹਨਾਂ ਨੂੰ ਉੱਥੇ ਹੀ ਡਿਟੇਨ ਕਰ ਲਿਆ ਗਿਆ ਔਰ ਉੱਥੇ ਹੀ ਉਹ 에ਅਰਪੋਰਟ ਦੇ ਅੰਦਰ ਹੀ ਥੱਲੇ ਧਰਤੀ ਦੇ ਉੱਪਰ ਬੈਠ ਗਏ ਨੇ। ਉਹਨਾਂ ਨੇ ਕਿਹਾ ਕਿ ਜਦ ਤੱਕ ਉਹ ਪ੍ਰਿयंका ਗਾਂधी ਨੂੰ ਨਹੀਂ ਮਿਲਣ ਦੇ ਔਰ ਲਖੀਮਪੁਰ ਨਹੀਂ ਜਾਂਦੇ ਉਨੀ ਦੇਰ ਤੱਕ ਉਹ ਵਾਪਸ ਪਰਤਣ ਵਾਲੇ ਨਹੀਂ।